जुग द्वापर आया परम परमाया। हर गोपी कान उपाय जियो तप तापन तापै जग पुण्य आरंभै। अत क्रिया कर्म कमाए जियो क्रिया कर्म कमाया। पग दोए खिसकाया दोए पग टिकै टिकाए जियो। महायुद्ध जोध बहु कीने बिच होमै पचै पचाए जियो। दीन दयाल गुर साध मिलाया मिल सतगुर मर लै जाए जियो। जुग द्वापर आया परम परमाया। हर गोपी कान उपाय जियो कल जुग हर किया पग त्रै खिसकिया। पग चौथा टिकै टिकाए जियो। गुर शब्द कमाया औखद हर पाया। हर कीरत हर शांत पाए जियो। हर कीरत रुत आई हर नाम बढ़ाई। हर हर नाम खेत जमाया। कल जुग बीज बीजे बिन नामै सब लाहा मूल गवाया। जन नानक गुर पूरा पाया मन हृदय नाम लखाए जियो। कल जुग हर किया पग त्रै किया। पग चौथा टिकै टिकाए जियो। वाहिगुरु जी का खालसा वाहिगुरु जी की फतेह। तो गुरुसवारी साध संगत ਧੰਨ ਧੰਨ ਗੁਰੂ ਰਾਮਦਾਸ ਜੀ ਨੇ ਪਹਿਲੇ ਦੋ ਪਦਿਆਂ ਵਿੱਚ ਸਤਯੁਗ ਅਤੇ ਤ੍ਰੇਤਾ ਦਾ ਵਰਣਨ ਕੀਤਾ, ਪਰ ਮਹਿਮਾ ਪਰਮੇਸ਼ਰ ਦੇ ਨਾਮ ਦੀ ਰੱਖੀ, ਮਹਿਮਾ ਗੁਰੂ ਦੇ ਉਪਦੇਸ਼ ਦੀ ਰੱਖੀ। ਇਸੇ ਤਰ੍ਹਾਂ ਹੁਣ ਪਾਤਸ਼ਾਹ ਨੇ ਯੁਗ ਦੁਆਪਰ ਆਇਆ। ਜਦੋਂ ਦੁਆਪਰ ਯੁਗ ਆਇਆ ਜਾਣੋ ਭਰਮ ਪਰਮਾਇਆ। ਭਰਮ ਦੇ ਮੰਮੇ ਨੂੰ ਸਿਆਰੀ ਹੈ। ਲੋਕ ਭਰਮ 'ਚ ਭਰਮ ਗਏ, ਭਰਮ ਦਾ ਸ਼ਿਕਾਰ ਹੋ ਗਏ, ਭਰਮ ਦੇ ਪ੍ਰਭਾਵ ਥੱਲੇ ਆ ਗਏ। ਹਰ ਗੋਪੀ ਕਾਨ ਉਪਾਏ ਜਿਓ। ਹੁਣ ਹਰੀ ਨੇ ਇਹ ਗੋਪੀਆਂ ਤੇ ਕਾਨ ਉਪਾਏ ਜਿਓ ਪੈਦਾ ਕਰ ਦਿੱਤੇ। ਭਾਵ ਲੋਕ ਅਵਤਾਰਵਾਦ ਵਿੱਚ ਪੈ ਗਏ, ਲੋਕ ਇਹਨਾਂ ਭਰਮਾਂ ਵਿੱਚ ਪੈ ਗਏ ਤੇ ਪਰਮਾਤਮਾ ਦੀ ਹਸਤੀ ਤੋਂ ਇੱਕ ਤਰ੍ਹਾਂ ਉਹ ਵਿਸ਼ਵਾਸ, ਉਹ ਭਾਵਨਾ, ਉਹ ਸ਼ਰਧਾ ਜਿਹੜੀ ਸੀ ਉਹ ਘਟੀ। ਤੇ ਹੁਣ ਲੋਕ ਕੀ ਕਰਦੇ ਨੇ? ਤਪ ਤਾਪਨ ਤਾਪੈ ਜਗ ਪੁੰਨ ਆਰੰਭੈ। ਅਤ ਕਿਰਿਆ ਕਰਮ ਕਮਾਏ ਜਿਓ। ਹੁਣ ਲੋਕ ਬੜੇ ਬੜੇ ਕਸ਼ਟ ਤਪ ਕਰਦੇ ਨੇ। ਕੋਈ ਪੁੱਠੇ ਲਟਕਦਾ, ਕੋਈ ਧੂਣੀਆਂ ਤਾਪਦਾ, ਕੋਈ ਜਲ ਧਾਰੇ ਕਰਦਾ। ਤਪ ਤਾਪਨ ਤਾਪੈ, ਤਪਣਾ ਹੁੰਦਾ ਹੈ ਸਰੀਰ ਨੂੰ ਕਸ਼ਟ ਦੇਣਾ। ਜਗ ਪੁੰਨ ਆਰੰਭੈ, ਜਗ ਆਦਿਕ ਪੁੰਨ ਆਦਿਕ ਕਾਰਜ ਕਰਦੇ। ਅਤ ਕਿਰਿਆ ਕਰਮ ਕਮਾਏ ਜਿਓ। ਅਤ ਕਿਰਿਆ ਕਰਮ ਕਮਾਏ ਜੀ। ਅਤ ਦਾ ਮਤਲਬ ਹੈ ਬਹੁਤ ਔਖੇ ਕਰਮ ਕਾਂਡ ਕਰਦੇ ਨੇ। ਇਹ ਹੈ ਦੁਆਪਰ ਯੁੱਗ ਦਾ ਪ੍ਰਭਾਵ। ਜਦੋਂ ਅਸੀਂ ਦੁਆਪਰ ਯੁੱਗ ਦੀ ਕਥਾ ਕਹਾਣੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਗਾਵੇਂ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਬਹੁਤ ਲੰਬੀ ਚੌੜੀ ਗਾਥਾ ਹੈ। तो गुरु नानक पातशाह जी ने तो इस परमात्मा की कीर्ति नूं सब तो उत्ते रखे। बाकी ये जितने कर्म कांड ने ये भरम विच भरम के लोग कर रहे हैं। जुग द्वापर आया परम परमाया। हर गोपी कान उपाय जियो। तप तापन तापै जग पुन आरंभै। अत क्रिया कर्म कमाए जियो। लोग तरह तरह के कर्म कांडा में फस गए। कोई तप ताप रहा है, कोई जग कर रहा है, कोई पुन कर रहा है। इन्होंने कामों में फस गए।
ਨਤੀਜਾ ਕੀ ਨਿਕਲਿਆ? ਕਿਰਿਆ ਕਰਮ ਕਮਾਇਆ, ਪਗ ਦੋ ਖਿਸਕਾਇਆ, ਦੋਏ ਪਗ ਟਿਕੈ ਟਿਕਾਏ ਜੀਓ। ਭਾਵ ਜਿਹੜੀ ਧਰਮ ਪ੍ਰਤੀ ਆਸਥਾ ਸੀ ਉਹਦੇ ਵਿੱਚ ਕਮੀ ਆਈ। ਲੋਕ ਕਰਮ ਕਾਂਡਾਂ ਵਿੱਚ ਫਸ ਗਏ ਔਰ ਕਰਮ ਕਾਂਡ ਕਰਕੇ ਉਹ ਪਰਮਾਤਮਾ ਦੇ ਸਿਮਰਨ ਵੱਲੋਂ ਢਿੱਲੇ ਹੋ ਗਏ, ਕਮਜ਼ੋਰ ਹੋ ਗਏ। ਨਤੀਜਾ ਇਉਂ ਸਮਝੋ ਬਈ 4 ਪੈਰਾਂ ਵਿੱਚੋਂ 2 ਪੈਰ ਜਿਹੜੇ ਨੇ ਖਿਸਕ ਗਏ। ਹੁਣ 2 ਪੈਰਾਂ ਦੇ ਆਸਰੇ ਇਸ ਧਰਮ ਨੂੰ ਚੱਲਣਾ ਪੈ ਰਿਹਾ। ਫਿਰ ਪਾਤਸ਼ਾਹ ਕਹਿੰਦੇ ਜੁਗ ਦੁਆਪਰ ਆਇਆ, ਪਰਮ ਪਰਮਾਇਆ, ਹਰ ਗੋਪੀ ਕਾਨ ਉਪਾਏ ਜੀਓ। ਤਪ ਤਾਪਨ ਤਾਪੈ, ਜਗ ਪੁੰਨ ਆਰੰਭੈ, ਅਤ ਕਿਰਿਆ ਕਰਮ ਕਮਾਏ ਜੀਓ। ਕਿਰਿਆ ਕਰਮ ਕਮਾਇਆ, ਪਗ ਦੋਏ ਖਿਸਕਾਇਆ, ਦੋਏ ਪਗ ਟਿਕੈ ਟਿਕਾਏ ਜੀਓ। ਤੋ ਦੁਆਪਰ ਯੁੱਗ ਵਿੱਚ ਕੀ ਹੋਇਆ? ਮਹਾਂ ਯੁੱਧ ਜੋਧ ਬਹੁ ਕੀਨੇ, ਵਿੱਚ ਹਉਮੈ ਪਚੈ ਪਚਾਏ ਜੀਓ। ਬੜੇ ਬੜੇ ਯੁੱਧ ਹੋਏ, ਮਹਾਭਾਰਤ ਵਰਗੇ ਯੁੱਧ, ਜਿਨ੍ਹਾਂ ਵਿੱਚ 18 ਖੂਨੀਆਂ ਖੱਪ ਗਈਆਂ। ਬੜੇ ਬੜੇ ਯੋਧੇ ਕਹਾਉਣ ਵਾਲੇ, ਵਿੱਚ ਹਉਮੈ ਪਚੈ ਪਚਾਏ। ਹਉਮੈ ਵਿੱਚ ਫਸ ਕੇ ਦੂਜਿਆਂ ਨੂੰ ਵੀ ਪਸੰਦ ਨੇ। ਭਾਵ ਇਹ ਦੁਆਪਰੀ ਯੁੱਗ ਦਾ ਮੁੱਖ ਪ੍ਰਭਾਵ ਦੱਸਿਆ ਜਾ ਰਿਹਾ। ਪਰ ਮਹਾਰਾਜ ਕਹਿੰਦੇ ਨੇ ਦੀਨ ਦਿਆਲ ਗੁਰ ਸਾਧ ਮਿਲਾਇਆ। ਉਸ ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਨੇ, ਜਿਨ੍ਹਾਂ ਦੀ ਮੁਲਾਕਾਤ ਗੁਰੂ ਸਾਧ ਨਾਲ ਕਰਾਤੀ। ਭਾਵ ਜਿਹੜੇ ਪਰਮੇਸ਼ਰ ਦੇ ਨਾਮ ਜਪਣ ਵਾਲੇ ਪਾਸੇ ਤੁਰੇ, ਜਿਹੜੇ ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਫਸੇ। ਦੀਨ ਦਿਆਲ ਗੁਰ ਸਾਧ ਮਿਲਾਇਆ। ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕਰਕੇ ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਸਾਧੂ ਦੇ ਨਾਲ ਮਿਲਾ ਦਿੱਤਾ। ਭਾਵ ਗੁਰੂ ਦੀ ਸੰਗਤ ਵਿੱਚ ਆ ਗਏ, ਗੁਰਮਤਿ ਦੇ ਧਾਰਨੀ ਹੋ ਗਏ। ਮਿਲ ਸਤਿਗੁਰ ਮਲ ਲੈ ਜਾਏ ਜੀਓ। ਉਹਨਾਂ ਦੀ ਸਤਿਗੁਰੂ ਨਾਲ ਮਿਲ ਕੇ, ਭਾਵ ਸਤਿਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ, ਨਾਮ ਜਪ ਕੇ ਉਹਨਾਂ ਦੇ ਅੰਦਰੋਂ ਹਉਮੈ ਦੀ ਮੈਲ ਉਤਰ ਗਈ। ਗੱਲ ਕੀ ਯੁੱਗ ਭਾਵੇਂ ਕੋਈ ਹੋਵੇ, ਮਹਿਮਾ ਤੇ ਨਾਮ ਦੀ ਹੈ। ਇਸ ਲਈ ਗੁਰਬਾਣੀ ਦੇ ਅੰਦਰ ਬਾਰ-ਬਾਰ ਨਾਮ ਜਪਣ ਲਈ ਕਿਹਾ ਗਿਆ। ਸਤਿਯੁਗ ਸਤ ਤੇਤਾ ਜਗੀ, ਦੁਆਪਰ ਪੂਜਾ 4, ਤੀਨੋਂ ਯੁਗ ਤੀਨੋਂ ਦੇੜੇ, ਕਲ ਕੇਵਲ ਨਾਮ ਆਧਾਰ। ਆਖਿਆ ਜਿਨ੍ਹਾਂ ਲੋਕਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ, ਜਿਹੜੇ ਗੁਰੂ ਦੇ ਦੱਸੇ ਰਾਹ 'ਤੇ ਚੱਲ ਪਏ, ਉਹਨਾਂ ਦੀ ਹਉਮੈ ਦੀ ਮੈਲ ਉਤਰ ਗਈ ਔਰ ਉਹ ਦੁਆਪਰ ਯੁੱਗ ਵਿੱਚ ਵੀ ਸ਼ਾਂਤ ਉਸ ਮਾਲਕ ਨਾਲ ਜੁੜੇ ਰਹੇ। ਯੁਗ ਦੁਆਪਰ ਆਇਆ, ਪਰਮ ਪਰਮਾਇਆ, ਹਰ ਗੋਪੀ ਕਾਨ ਉਪਾਏ ਜੀਓ। ਤਪ ਤਾਪਨ ਤਾਪੈ, ਜਗ ਪੁੰਨ ਆਰੰਭੈ, ਅਤ ਕਿਰਿਆ ਕਰਮ ਕਮਾਏ ਜੀਓ। ਕਿਰਿਆ ਕਰਮ ਕਮਾਇਆ, ਪਗ ਦੋਏ ਖਿਸਕਾਇਆ, ਦੋਏ ਪਗ ਟਿਕੈ ਟਿਕਾਏ ਜੀਓ। ਮਹਾਂ ਯੁੱਧ ਜੋਧ ਬਹੁ ਕੀਨੇ, ਵਿੱਚ ਹਉਮੈ ਪਚੈ ਪਚਾਏ ਜੀਓ। ਦੀਨ ਦਿਆਲ ਗੁਰ ਸਾਧ ਮਿਲਾਇਆ। ਜਿਨ੍ਹਾਂ ਉੱਤੇ ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਗੁਰ ਸਾਧ ਮਿਲਾਏ, ਸਾਧੂ ਗੁਰੂ ਦੇ ਨਾਲ ਮਿਲਾ ਦਿੱਤਾ। ਭਾਵ ਜਿਹੜੇ ਸਾਧੂ ਗੁਰੂ ਦੇ ਦੱਸੇ ਦੇ ਰਾਹ 'ਤੇ ਚੱਲ ਪਏ। ਮਿਲ ਸਤਿਗੁਰ ਮਨ ਲੈ ਜਾਏ ਜੀਓ। ਉਹਨਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਅਤੇ ਉਹਨਾਂ ਦੇ ਅੰਦਰੋਂ ਜੋ ਹਉਮੈ ਦੀ ਮੈਲ, ਇਹ ਮੈਲ ਉਤਰ ਗਈ। ਯੁਗ ਦੁਆਪਰ ਆਇਆ, ਪਰਮ ਪਰਮਾਇਆ, ਹਰ ਗੋਪੀ ਕਾਨ ਉਪਾਏ ਜੀਓ। ਉਹਨਾਂ ਲਈ ਮਾਨੋ ਦੁਆਪਰ ਯੁਗ ਆ ਗਿਆ। ਉਹ ਭਰਮ ਦਾ ਸ਼ਿਕਾਰ ਹੋ ਗਏ ਔਰ ਇਸ ਤਰ੍ਹਾਂ ਗੋਪੀ ਕਾਨ ਪੈਦਾ ਕਰਕੇ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਲੱਗ ਗਏ। ਇਹ ਹੈ
ਦੁਆਪਰ ਯੁੱਗ ਦਾ ਪ੍ਰਭਾਵ। ਹੁਣ ਪਾਤਸ਼ਾਹ ਨਿਚੋੜ ਕੱਢਣ ਲੱਗੇ ਨੇ, ਕਹਿੰਦੇ ਕਲ ਯੁਗ ਹਰ ਕੀਆ ਪੱਗ ਤ੍ਰੈ ਖਿਸ ਕੀਆ। ਉਸ ਹਰੀ ਨੇ ਆਪ ਹੀ ਕਲਯੁਗ ਪੈਦਾ ਕੀਤਾ ਤੇ 3 ਪੈਰ ਜਿਹੜੇ ਨੇ ਧਰਮ ਦੇ ਉਹ ਖਿਸਕ ਗਏ, ਕਮਜ਼ੋਰ ਪੈ ਗਏ। ਪੱਗ ਚੌਥਾ ਟਿਕੈ ਟਿਕਾਏ ਜੀਓ। ਹੁਣ ਚੌਥਾ ਪੱਗ ਕਿਹੜਾ? ਪਾਤਸ਼ਾਹ ਨਿਚੋੜ ਕੱਢਣ ਲੱਗੇ ਨੇ, ਕਹਿੰਦੇ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ। ਹਰ ਕੀਰਤ ਹਰ ਸ਼ਾਂਤ ਪਾਏ ਜੀਓ। ਜਿਨ੍ਹਾਂ ਵਡਭਾਗੀਆਂ ਨੇ ਗੁਰ ਸ਼ਬਦ ਕਮਾਇਆ। ਗੁਰੂ ਸ਼ਬਦ ਕਮਾਉਣਾ ਕੀ ਹੈ? ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ। ਉਹ ਉਹਨਾਂ ਪਿਛਲੇ ਯੁਗਾਂ ਦੀ ਮਰਿਆਦਾ ਨੂੰ ਇੱਕ ਪਾਸੇ ਰੱਖ ਕੇ ਨਾਮ ਦੀ ਮਹਿਮਾ ਨੂੰ ਸਮਝ ਗਏ। ਪਰ ਇਹ ਸਮਝਾਉਂਦਾ ਕੌਣ ਹੈ? ਗੁਰੂ ਸਮਝਾਉਂਦਾ। ਗੁਰੂ ਹੀ ਕਹਿੰਦਾ ਭਾਈ ਕੋਈ ਯੁੱਗ ਚੰਗਾ ਮਾੜਾ ਨਹੀਂ ਹੈਗਾ। ਨਾ ਤੁਸੀਂ ਸਤਿਯੁਗ ਦੀ ਵਡਿਆਈ ਕਰੋ, ਨਾ ਦੁਆਪਰ ਨੂੰ ਨਿੰਦੋ, ਨਾ ਤ੍ਰੇਤੇ ਨੂੰ ਨਿੰਦੋ। ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੇ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਉਹਨਾਂ ਨੇ ਪਰਮਾਤਮਾ ਦੇ ਨਾਮ ਰੂਪੀ ਔਖਦ ਦਾਰੂ ਨੂੰ ਪਾ ਲਿਆ। ਔਰ ਇਹ ਦਾਰੂ ਐਸਾ ਹੈ ਜਿਹੜਾ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਆਖਿਆ ਸਾਰੀਆਂ ਬਿਮਾਰੀਆਂ ਦਾ ਇਲਾਜ ਪਰਮੇਸ਼ਵਰ ਦਾ ਨਾਮ ਹੈ। ਹੁਣ ਗੁਰੂ ਸ਼ਬਦ ਦੀ ਕਮਾਈ ਕੀ ਹੈ? ਜੋ ਗੁਰੂ ਸ਼ਬਦ ਨੇ ਸਾਨੂੰ ਸਿੱਖਿਆ ਦੇ। ਆਖਿਆ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਅਬ ਕਲੂ ਆਇਓ ਰੇ ਇਕ ਨਾਮ ਬੋ ਬੋ ਆਨ ਰੂਤ ਨਾਹੀ। ਆਨ ਰੂਤੀ ਆਨ ਬੋਈਏ ਫਲ ਨ ਫੂਲੇ ਤਾਏ। ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ। ਹਰ ਕੀਰਤ ਹਰ ਸ਼ਾਂਤ ਪਾਏ ਜੀਓ। ਆਖਿਆ ਹਰੀ ਦੀ ਕੀਰਤੀ ਕਰਦੇ ਨਾ। ਜਿਹੜੇ ਹਰੀ ਦੀ ਕੀਰਤੀ ਕਰਦੇ ਨੇ ਹੋਰ ਕਰਮ ਕਾਂਡਾਂ ਵਿੱਚ ਨਹੀਂ ਫਸਦੇ। ਉਹਨਾਂ ਦੇ ਅੰਦਰ ਹਰੀ ਸ਼ਾਂਤ ਪਾ ਦਿੰਦਾ, ਠੰਡ ਵਰਤਾ ਦਿੰਦਾ। ਉਹ ਭਟਕਣਾ ਤੋਂ ਬਚ ਜਾਂਦੇ। ਹਰ ਕੀਰਤ ਰੁੱਤ ਆਈ। ਰੁੱਤ ਦੇ ਤੱਤੇ ਨੂੰ ਸਿਆਰੀ। ਹੁਣ ਕਲਯੁਗ ਦੇ ਅੰਦਰ ਹਰੀ ਦੀ ਕੀਰਤੀ ਕਰਨ ਦੀ ਰੁੱਤ ਆ ਗਈ। ਕਿਉਂਕਿ ਜਿਸ ਤਰ੍ਹਾਂ ਦੀ ਰੁੱਤ ਹੋਵੇ ਉਹੋ ਜਿਹੇ ਅਸੀਂ ਬੀਜ ਬੀਜਦੇ ਹਾਂ, ਉਹੋ ਜਿਹੇ ਅਸੀਂ ਕੱਪੜੇ ਪਾਉਂਦੇ ਹਾਂ ਰੁੱਤ ਦੇ ਮੁਤਾਬਕ। ਤੋ ਗੁਰੂ ਮਹਾਰਾਜ ਦਾ ਇਹ ਮਤ ਹੈ ਕਿ ਰੁੱਤ ਭਾਵੇਂ ਕੋਈ ਹੋਵੇ, ਭਾਈ ਹਰੀ ਦੀ ਕੀਰਤੀ ਹੀ ਸਭ ਤੋਂ ਉੱਤਮ ਹੈ। ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ। ਹਰ ਹਰ ਨਾਮ ਖੇਤ ਜਮਾਇਆ। ਹਰੀ ਨਾਮ ਦੀ ਵਡਿਆਈ ਹੈ। ਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਹਰ ਹਰ ਨਾਮ ਖੇਤ ਜਮਾਇਆ। ਖੇਤ ਵੀ ਅਸੀਂ ਜਾਣਦੇ ਹਾਂ, ਖੇਤ ਵਿੱਚ ਬੀਜ ਪਾਉਣਾ ਵੀ ਜਾਣਦੇ ਹਾਂ। ਇਹ ਵੀ ਸਾਨੂੰ ਪਤਾ ਜੋ ਬੀਜਾਂਗੇ ਉਹ ਉੱਗੇਗਾ, ਜੋ ਉੱਗੇਗਾ ਉਹ ਵੱਢਾਂਗੇ। ਤੋ ਕਹਿੰਦੇ ਜਿਨ੍ਹਾਂ ਨੇ ਕਲਯੁਗ ਦੇ ਅੰਦਰ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਹਰੀ ਦੀ ਕੀਰਤੀ ਕਰਨੀ ਸ਼ੁਰੂ ਕਰ ਦਿੱਤੀ। ਕਿਉਂਕਿ ਕਲਯੁਗ ਵਿੱਚ ਹੋਰ ਕੋਈ ਕੰਮ ਕਰਨ ਦੀ ਸਮਰੱਥਾ ਨਹੀਂ, ਸਮਾਂ ਨਹੀਂ ਕਿਸੇ ਕੋਲ, ਉਮਰ ਵੀ ਘੱਟ ਹੈ, ਆਸੇ ਪਾਸੇ ਤੋਂ ਵਿਕਾਰਾਂ ਦਾ ਪ੍ਰਭਾਵ ਵੀ ਜ਼ਿਆਦਾ। ਇਸ ਲਈ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ। ਹਰ ਹਰ ਨਾਮ ਖੇਤ ਜਮਾਇਆ। ਜਿਨ੍ਹਾਂ ਨੇ ਹਰੀ ਦੇ ਨਾਮ ਦਾ ਖੇਤ ਜਮਾਇਆ। ਕਲਯੁਗ ਬੀਜ ਬੀਜੇ ਬਿਨ ਨਾਵੇਂ ਸਭ ਲਾਹਾ ਮੂਲ ਗਵਾਇਆ। ਆਖਿਆ ਕਲਯੁਗ ਦੇ ਅੰਦਰ ਬਿਨਾਂ ਨਾਮ ਬੀਜ ਬੀਜੇ ਤੋਂ ਹੋਰ ਭਾਵੇਂ ਤੁਸੀਂ ਕੋਈ ਕਰਮ ਕਾਂਡ ਕਰ ਲਓ, ਯੱਗ ਕਰ ਲਓ, ਤਪ ਕਰ ਲਓ, ਉਹਦੇ ਵਿੱਚ ਅਹੰਕਾਰ ਹੀ ਅਹੰਕਾਰ ਹੈ। ਉਹ ਤੁਸੀਂ ਜਿਹੜੇ ਹਰੀ ਨਾਮ ਨੂੰ ਛੱਡ ਕੇ ਹੋਰ ਕਰਮ ਕਾਂਡਾਂ ਵਿੱਚ ਪੈ ਜਾਂਦੇ ਨੇ,
ਮਹਾਰਾਜ ਕਹਿੰਦੇ ਨੇ ਉਹ ਤੇ ਲਾਹਾ ਤੇ ਮੂਲ ਦੋਵੇਂ ਗਵਾ ਲੈਂਦੇ ਨੇ। ਭਾਵ ਉਧਰ ਕਾਮਯਾਬੀ ਨਹੀਂ ਹੈਗੀ। ਇਸ ਲਈ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਵੀ ਫਰਮਾਇਆ, ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ, ਪਾਤਸ਼ਾਹੀ ਪਾਤਸ਼ਾਹ ਆਨ ਰੂਤੀ ਆਨ ਬੋਈਏ, ਫਲ ਨਾ ਫੁੱਲ ਤਾਏ। ਭਾਈ ਹੁਣ ਕਲਯੁਗ ਦੇ ਅੰਦਰ ਤਾਂ ਨਾ ਲੋਕਾਂ ਕੋਲ ਲੰਬੀ ਉਮਰ ਹੈ, ਨਾ ਲੋਕਾਂ ਕੋਲ ਉਹ ਜਿਹੇ ਜਪ ਤਪ ਸਾਧਨ ਨੇ। ਹੁਣ ਤੇ ਬੜਾ ਹੀ ਸਮਾਂ ਥੋੜ੍ਹਾ ਹੈ, ਔਰ ਇਹਦੇ ਵਿੱਚ ਪ੍ਰਫੁੱਲਤ ਹੋਣ ਵਾਲੀ ਕੋਈ ਚੀਜ਼ ਹੈ ਤੇ ਉਹ ਪਰਮਾਤਮਾ ਦਾ ਨਾਮ ਹੈ। ਤੇ ਜਿਹੜੇ ਇਸ ਨਾਮ ਤੋਂ ਖੁੰਝ ਗਏ ਉਹਨਾਂ ਨੇ ਆਪਣੇ ਲਾਹੇ ਨੂੰ ਵੀ ਗਵਾ ਲਿਆ, ਮੂਲ ਨੂੰ ਵੀ ਗਵਾ ਲਿਆ। ਭਾਵ ਉਹ ਆਪਣਾ ਜੀਵਨ ਅਕਾਰਤ ਕਰਕੇ ਚਲੇ। ਤਾਂ ਹੀ ਗੁਰੂ ਰਾਮਦਾਸ ਜੀ ਨੇ ਫਰਮਾਇਆ, ਜਿਨੀ ਐਸਾ ਹਰ ਨਾਮ ਨ ਬੀਜਿਓ। ਜਿਨ੍ਹਾਂ ਨੇ ਹਰੀ ਦਾ ਨਾਮ ਨਹੀਂ ਬੀਜਿਆ ਤੇ ਕਾਹੇ ਜਗ ਆਏ ਰਾਮ ਰਾਜੇ, ਉਹ ਜਗਤ ਵਿੱਚ ਆਏ ਕਾਹਦੇ ਲਈ? ਭਾਵ ਉਹਨਾਂ ਦਾ ਆਉਣਾ ਅਕਾਰਤ ਚਲਾ ਗਿਆ। ਤੋ ਕਲਯੁਗ ਬੀਜ ਬੀਜੇ ਬਿਨ ਨਾਮੇ। ਕਲਯੁਗ ਦੇ ਅੰਦਰ ਨਾਮ ਤੋਂ ਬਿਨਾਂ ਜਿਹੜੇ ਹੋਰ ਬੀਜ ਬੀਜਦੇ ਨੇ, ਸਭ ਲਾਹਾ ਮੂਲ ਗਵਾਇਆ। ਉਹਨਾਂ ਨੇ ਆਪਣੀ ਮੂਲ ਰਾਸ ਪੂੰਜੀ ਵੀ ਗਵਾ ਲਈ ਤੇ ਲਾਹਾ ਤੇ ਮਿਲਣਾ ਹੀ ਕੀ ਸੀ। ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੈ ਨਾਮ ਲਕਾਏ ਜੀਓ। ਜਨ ਨਾਨਕ, ਇੱਥੇ ਨਾਨਕ ਦੇ ਕੱਕੇ ਨੂੰ ਸਿਆਰੀ। ਨਾਨਕ ਦਾਸ ਜੀ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਨਕ ਗੁਰੂ ਦੀ ਪ੍ਰਾਪਤੀ ਹੋਈ ਤਥਾ ਪੂਰਨ ਗੁਰੂ ਦੀ ਸਿੱਖਿਆ ਮੰਨ ਲਈ, ਉਹਨਾਂ ਨੇ ਹੋਰ ਕਰਮ ਕਾਂਡ ਛੱਡ ਦਿੱਤਾ। ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੈ ਨਾਮ ਲਖਾਏ ਜੀਓ। ਤੇ ਪੂਰੇ ਗੁਰੂ ਨੇ ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਹਿਰਦੇ ਵਿੱਚ ਨਾਮ ਲਿਖਾ ਦਿੱਤਾ ਤੇ ਇਹ ਗੱਲ ਸਮਝਾ ਦਿੱਤੀ ਬਈ ਕਲਯੁਗ ਦੇ ਅੰਦਰ ਜੇ ਕੋਈ ਕੀਤਾ ਹੋਇਆ ਕੰਮ ਫਲੀਭੂਤ ਹੈ, ਉਹ ਹੈ ਪਰਮੇਸ਼ਵਰ ਦਾ ਨਾਮ ਜਪਣਾ। ਕਲਯੁਗ ਹਰ ਕੀਆ, ਪਗ ਤ੍ਰੈ ਕਿਸ ਕੀਆ, ਪਗ ਚੌਥਾ ਟਿਕੈ ਟਿਕਾਏ ਜੀਓ। ਇਹ ਕਲਯੁਗ ਵੀ ਹਰੀ ਨੇ ਆਪ ਬਣਾਇਆ, ਪਰ ਇਹਦੇ ਵਿੱਚ ਧਰਮ ਦੇ 3 ਪਗ ਖਿਸਕ ਗਏ ਤੇ ਚੌਥਾ ਪੈਰ ਇੱਕੋ ਇੱਕ ਪਰਮਾਤਮਾ ਦੇ ਨਾਮ ਜਪਣ ਵਾਲਾ, ਕੀਰਤੀ ਵਾਲਾ। ਇਸੇ ਲਈ ਮਹਾਰਾਜ ਕਹਿੰਦੇ ਨੇ, ਹਰ ਕੀਰਤ ਕਲਯੁਗ ਮੈਂ ਊਤਮ, ਹਰ ਪਾਈਐ ਤਦ ਗੁਰ ਮਾਂਝਾ। ਭਾਈ ਕਲਯੁਗ ਦੇ ਅੰਦਰ ਹਰੀ ਦੀ ਕੀਰਤੀ ਸਭ ਤੋਂ ਉੱਤਮ ਹੈ। ਹਰ ਕੀਰਤ, ਵਾਹਿਗੁਰੂ ਦੀ ਕੀਰਤੀ ਸਭ ਕਰਮਨ ਤੇ ਕਰਮਾਂ, ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ। ਇਸ ਵਾਸਤੇ ਕਲਯੁਗ ਹਰ ਕੀਆ, ਪਗ ਤ੍ਰੈ ਕਿਸ ਕੀਆ, ਪਗ ਚੌਥਾ ਟਿਕੈ ਟਿਕਾਏ ਜੀਓ। ਬਈ ਇਸ ਯੁੱਗ ਦੇ ਅੰਦਰ ਚੌਥਾ ਪਗ ਕਿਹੜਾ ਹੈ? ਪਰਮਾਤਮਾ ਦੀ ਕੀਰਤੀ ਕਰ। ਇਸੇ ਲਈ ਮਹਾਰਾਜ ਕਹਿੰਦੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਉ ਨਾਨਕ ਤਿਸ ਬਹਿ ਪ੍ਰਾਪਤ। ਜਿਸ ਪੁਰਬ ਲਿਖੇ ਕਰ ਰਹਿਣਾ, ਤੇਰੋ ਸੇਵਕ ਏ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਏ ਮਨ ਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।